ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੇਜਵੀਰ ਸਿੰਘ ਤੋਗਰ। ਤੁਸੀਂ ਵੇਖ ਰਹੇ ਹੋ ਡਿਸਕਸ਼ਨ ਪੁਆਇੰਟ, ਵੌਇਸ ਆਫ ਦਾ ਕਮਿਊਨਿਟੀ। ਸਾਡੇ ਸਭ ਤੋਂ ਪਹਿਲੇ ਇਸ ਡਿਬੇਟ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਵੇਖਦੇ ਹਾਂ ਕੀ ਰਹੇਗਾ ਅੱਜ ਦਾ ਮੁੱਦਾ। ਕੰਮਕਾਰ, ਰਹਿਣ ਸਹਿਣ, ਲਿਵਿੰਗ ਸਟੈਂਡਰਡਸ, ਹੈਲਥ ਔਰ ਜਿਹੜੀਆਂ ਤੁਹਾਡੀਆਂ ਐਜੂਕੇਸ਼ਨ ਦੀਆਂ ਫੈਸਿਲਿਟੀਜ਼ ਨੇ ਔਰ ਸੋਸ਼ਲ ਐਟਮੋਸਫੀਅਰ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ ਕੈਨੇਡਾ ਦੁਨੀਆ ਦੇ ਚੰਗੇ ਮੁਲਕਾਂ ਦੇ ਵਿੱਚ ਗਿਣਿਆ ਜਾਂਦਾ। ਇਹਦਾ ਨਾਂ ਚੰਗੇ ਮੁਲਕਾਂ 'ਚ ਲਿਆ ਜਾਂਦਾ ਔਰ ਲੋਕ ਇਸ ਮੁਲਕ ਦੇ ਵਿੱਚ ਰਹਿਣਾ ਪਸੰਦ ਕਰਦੇ ਆ। ਇਸ ਵਕਤ ਕੈਨੇਡਾ ਦਾ ਸਭ ਤੋਂ ਲਾਰਜੈਸਟ ਸੂਬਾ ਪਾਪੂਲੇਸ਼ਨ ਦੇ ਲਿਹਾਜ਼ ਦੇ ਨਾਲ ਓਨਟਾਰੀਓ ਹੈ ਔਰ ਓਨਟਾਰੀਓ ਦੇ ਵਿੱਚ ਮਿਊਨਿਸਪਲ ਇਲੈਕਸ਼ਨ ਹੋਣ ਜਾ ਰਹੀ ਹੈ, ਜਿੱਥੇ ਫੈਡਰਲ ਸਰਕਾਰਾਂ, ਪ੍ਰੋਵਿੰਸ਼ੀਅਲ ਸਰਕਾਰਾਂ ਇੱਕ ਅਹਿਮ ਰੋਲ ਅਦਾ ਕਰਦੀਆਂ ਨੇ ਕਿਸੇ ਮੁਲਕ ਨੂੰ ਜਾਂ ਸੂਬੇ ਨੂੰ ਚਲਾਉਣ ਦੇ ਵਾਸਤੇ। ਉੱਥੇ ਮਿਊਨਿਸਪਲ ਗਵਰਨਮੈਂਟਸ ਜਿਹੜੀਆਂ ਨੇ ਉਹਨਾਂ ਦੀ ਅਹਿਮੀਅਤ ਨੂੰ, ਉਹਨਾਂ ਦੀ ਸ਼ਮੂਲੀਅਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਐਟ ਦਾ ਸੇਮ ਟਾਈਮ ਮਿਊਨਿਸਪਲ ਗਵਰਨਮੈਂਟਸ ਵੀ ਉਨੀਆਂ ਪਾਵਰਫੁਲ ਹੁੰਦੀਆਂ ਨੇ ਕਿਉਂਕਿ ਲੋਕਾਂ ਦੇ ਰੋਜ਼ਮਰਾਂ ਦੀ ਜਿਹੜੀ ਜ਼ਿੰਦਗੀ ਦੇ ਇਸ਼ੂਜ਼ ਨੇ ਜਾਂ ਉਹਨਾਂ ਦੇ ਕੰਮਕਾਜ ਨੇ ਉਹ ਸਿੱਧੇ ਜੁੜੇ ਹੁੰਦੇ ਨੇ ਮਿਊਨਿਸਪਲ ਗਵਰਨਮੈਂਟਸ ਦੇ ਨਾਲ। ਲੋਕਾਂ ਦੀ ਸਿੱਧੀ ਇਨਵੋਲਵਮੈਂਟ ਹੁੰਦੀ ਹੈ। ਓਨਟਾਰੀਓ ਦੇ ਸੂਬੇ ਦੇ ਵਿੱਚ ਬਰੈਂਪਟਨ ਸ਼ਹਿਰ ਇਸ ਵਕਤ ਓਨਟਾਰੀਓ ਦੇ ਸਿਆਸੀ ਨਕਸ਼ੇ ਦੇ ਉੱਭਰ ਕੇ ਸਾਹਮਣੇ ਆ ਰਿਹਾ। ਕਾਰਨ ਹੈ ਕਿਉਂਕਿ ਬਰੈਂਪਟਨ ਵਿੱਚ ਇਸ ਵਕਤ ਇਲੈਕਸ਼ਨ ਦਾ ਮਾਹੌਲ ਕਾਫੀ ਭਖਿਆ ਹੋਇਆ। ਸਾਡੀ ਪੰਜਾਬੀ ਕਮਿਊਨਿਟੀ ਬਰੈਂਪਟਨ ਸ਼ਹਿਰ 'ਚ ਬੜੀ ਵੱਡੀ ਤਾਦਾਦ ਦੇ ਵਿੱਚ ਰਹਿੰਦੀ ਹੈ, ਜਿੱਥੇ ਵਸੋਂ ਬਹੁਤ ਜ਼ਿਆਦਾ। ਉੱਥੇ ਪੰਜਾਬੀ ਕਮਿਊਨਿਟੀ ਦੇ ਬੜੇ ਹੀ ਵੈਲ ਸਟੈਬਲਿਸ਼ਡ ਬਿਜ਼ਨਸ ਵੀ ਹੈਗੇ ਨੇ ਔਰ ਇਸ ਵਕਤ ਪੰਜਾਬੀ ਜਿਹੜੇ ਨੇ ਸਿਆਸਤ ਦੇ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਨੇ। ਬਰੈਂਪਟਨ ਦੀ ਮਿਊਨਿਸਪਲ ਇਲੈਕਸ਼ਨ ਬਾਰੇ ਹੀ ਸਾਡੀ ਅੱਜ ਦੀ ਚਰਚਾ ਹੋਣ ਜਾ ਰਹੀ ਹੈ ਔਰ ਸਾਡੇ ਨਾਲ ਇਸ ਵਕਤ ਦੋ ਮਹਿਮਾਨ ਵੀ ਸਟੂਡੀਓ 'ਚ ਮੌਜੂਦ ਨੇ। ਸਭ ਤੋਂ ਪਹਿਲਾਂ ਮੈਂ ਤੁਹਾਡਾ ਤਾਰਫ ਕਰਾਉਣਾ, ਸਾਡੇ ਨਾਲ ਮੌਜੂਦ ਨੇ ਸਰਦਾਰ ਇੰਦਰਜੀਤ ਸਿੰਘ ਬੱਲ ਸਾਹਿਬ। ਲਿਬਰਲ ਪਾਰਟੀ ਦੇ ਵੱਖ-ਵੱਖ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਨੇ, ਕਾਮਯਾਬ ਬਿਜ਼ਨਸਮੈਨ ਹੈਗੇ ਆ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ। ਬਹੁਤ ਮਿਹਰਬਾਨੀ ਜੀ ਤੋਗਰ ਸਾਹਿਬ, ਸਤਿ ਸ਼੍ਰੀ ਅਕਾਲ। ਔਰ ਸਾਡੇ ਦੂਸਰੇ ਮਹਿਮਾਨ ਹੈਗੇ ਨੇ ਸਰਦਾਰ ਹਰਿੰਦਰ ਸਿੰਘ ਗਹੀਰ, ਪੇਸ਼ੇ ਵਜੋਂ ਵਕੀਲ ਨੇ, ਫੈਡਰਲ ਜਿਹੜੀ ਰਾਜਨੀਤੀ ਨੂੰ ਬੜਾ ਨੇੜੇ ਹੋ ਕੇ ਵੇਖਦੇ ਨੇ ਔਰ ਅਸੀਂ ਕੁਝ ਗੱਲਾਂ ਦੇ ਕਾਨੂੰਨੀ ਪੱਖ ਜਾਣਨ ਵਾਸਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ ਤੋਗਰ ਸਾਹਿਬ। ਥੈਂਕ ਯੂ। ਬੱਲ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਕਰਦੇ ਹੈਗੇ ਆ। ਤੁਹਾਨੂੰ 30 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਇਸ ਮੁਲਕ 'ਚ ਰਹਿੰਦੇ ਆ। ਤੁਸੀਂ ਥੋੜਾ ਪਿਛੋਕੜ ਤੇ ਸਾਨੂੰ ਲੈ ਕੇ ਜਾਓ, ਸਾਡੇ ਵਿਊਅਰਸ ਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਓ ਕਿ ਕੀ ਬਰੈਂਪਟਨ ਪਹਿਲਾਂ ਸੀ ਔਰ ਤੁਸੀਂ ਆਪਣੇ ਅੱਖੀਂ ਇਹਨਾਂ 30 ਸਾਲਾਂ ਜਾਂ ਇਸ ਤੋਂ ਵੱਧ ਦਾ ਸਮਾਂ, ਜਿੰਨਾ ਵੀ ਸਮਾਂ ਤੁਹਾਨੂੰ ਹੋ ਗਿਆ ਇੱਥੇ ਰਹਿੰਦਿਆਂ ਨੂੰ, ਉਹਦੇ 'ਚ ਕੀ ਚੇਂਜਸ ਹੁੰਦੀਆਂ ਇੱਥੇ ਵੇਖੀਆਂ ਜੀ? ਤੋਗਰ ਸਾਹਿਬ, 30 ਸਾਲ ਤੋਂ ਪਹਿਲਾਂ ਤੇ ਬਰੈਂਪਟਨ ਇਹ ਟਵਿਨ ਸਿਟੀ ਸੀ, ਬਰੈਂਪਟਨ ਐਂਡ ਬਰੈਮਲੀ ਜੀ। ਤੇ ਜਿਹੜਾ ਓਲਡ ਸਿਟੀ ਸੈਂਟਰ ਹੈ, ਜਿਹਨੂੰ ਪਲਾਜ਼ਾ ਹੈ ਜੀ, ਉੱਥੇ ਸਵਿਕ ਸੈਂਟਰ ਸੀ ਤੇ ਬਾਅਦ ਦੇ ਵਿੱਚ ਜਿਹੜਾ ਟੂ ਵੈਲਿੰਗਟਨ ਤੇ ਉਹ ਨਵੀਂ ਜਿਹੜਾ ਮਿਊਨਿਸਪਲ ਬਿਲਡਿੰਗ ਬਣੀ ਹੈ ਤੇ ਬਰੈਂਪਟਨ ਟਰਮੈਂਡਸਲੀ ਚੇਂਜ ਹੋਇਆ ਜੀ। ਹੁਣ ਅੱਜ ਜ਼ਿਆਦਾ ਦੇਰ ਦੀ ਗੱਲ ਨਾ ਕਰੀਏ ਤੇ 1992 ਤੋਂ ਪਹਿਲਾਂ ਬੋਵੇਡ ਤੋਂ ਨਾਰਥ ਵਾਲੇ ਪਾਸੇ ਕੋਈ ਮਕਾਨ ਨਹੀਂ ਸੀ ਜੀ। ਪਹਿਲੀ ਜਿਹੜੀ ਸਬ ਡਿਵੀਜ਼ਨ ਆ 1992 ਦੇ ਵਿੱਚ ਬਣੀ ਹੈ। ਚਰਚ ਜਿਹੜਾ ਉੱਥੇ ਬਰੈਮਲੀ ਦੀ ਕਾਰਨਰ ਤੇ ਨਾਰਥ ਵੈਸਟ ਕਾਰਨਰ ਤੇ ਇੱਕ ਹੈ, ਉਹੀ ਹੁੰਦਾ ਸੀ। ਤੇ ਹੁਣ ਆਪਾਂ ਦੇਖੀਏ ਤਕਰੀਬਨ 75,000 ਦੀ ਆਬਾਦੀ ਵਾਲਾ ਉਹ ਸਪਰਿੰਗਡੇਲ ਤੋਂ, ਇਸ ਤੋਂ ਵੀ ਸ਼ਾਇਦ ਜ਼ਿਆਦਾ ਆਬਾਦੀ ਹੋਵੇ ਜੀ। ਬਰੈਂਪਟਨ ਦੀ ਆਬਾਦੀ ਇਸ ਵੇਲੇ ਤਕਰੀਬਨ 5 ਲੱਖ ਦੇ ਕਰੀਬ ਹੈ ਜੀ ਤੇ 9th ਬਿਗੇਸਟ ਸਿਟੀ ਆਫ ਕੈਨੇਡਾ ਤੇ ਹਾਲੇ ਵੀ ਵਨ ਆਫ ਦਾ ਫਾਸਟੈਸਟ ਗਰੋਇੰਗ ਸਿਟੀ ਹੈ ਕਿਉਂਕਿ ਜਿੰਨੀ ਵੀ ਇਮੀਗ੍ਰੇਸ਼ਨ ਹੋ ਰਹੀ ਹੈ ਉਹਦੇ ਵਿੱਚੋਂ ਮੈਂ ਸਮਝਦਾ ਜੇ ਜ਼ਿਆਦਾ ਨਹੀਂ ਤਾਂ 50% ਲੋਕ ਸਟਿਲ ਲੈਂਡਿੰਗ ਇਨ ਪੀਲ ਰੀਜਨ ਜੀ। ਅੱਛਾ, ਜੇ ਇਹ ਪੁੱਛਿਆ ਜਾਏ ਕਿ ਪੰਜਾਬੀਆਂ ਦੀ ਗਿਣਤੀ ਉਦੋਂ ਕਿੰਨੀ ਸੀ ਤੇ ਹੁਣ ਕਿੰਨੀ ਕੁ ਵਧੀ ਹੈ, ਕੀ ਅੰਦਾਜ਼ਾ? 60 ਦੇ ਵਿੱਚ ਇੱਥੇ ਪੰਜਾਬੀਆਂ ਦੇ 5 ਪਰਿਵਾਰ ਸਨ ਜੀ, 65 68 ਤੱਕ ਜੀ। ਤੇ ਹੁਣ ਤੁਸੀਂ ਦੇਖ ਲਓ, ਹੁਣ ਤੇ ਕੋਈ ਬਾਹਰ ਦੂਸਰਾ ਕੋਈ ਗੋਰੇ ਰੰਗ ਦਾ ਆਦਮੀ ਦੇਖ ਲਈਏ ਤੇ ਐਂ ਲੱਗਦਾ ਕਿ ਜੋ ਵੀਜ਼ਾ ਲੈ ਕੇ ਆਇਆ ਹੋਵੇ ਆਪਣੇ ਹੀ ਹੈ ਜੀ ਸਾਰੇ ਹੁਣ ਤੇ। ਅੱਛਾ ਗੀਰ ਸਾਹਿਬ, ਤੁਹਾਡੇ ਕੋਲ ਆਉਣਾ ਚਾਹੁੰਦੇ ਆ। ਤੁਸੀਂ ਇਹ ਦੱਸੋ ਵੀ ਤੁਸੀਂ ਪੇਸ਼ੇ ਵਜੋਂ ਵਕੀਲ ਹੈਗੇ ਇੱਕ ਔਰ ਸਿਆਸਤ ਨੂੰ ਬੜਾ ਨੇੜਿਓਂ ਦੇਖਦੇ ਹੋ ਔਰ ਬੜੇ ਅਵੇਅਰ ਹੈਗੇ ਹੋ ਤੁਸੀਂ, ਪਰ ਆਮ ਲੋਕ ਜਿਹੜੇ ਨੇ ਕੀ ਉਹ ਵੀ ਇੰਨੇ ਅਵੇਅਰ ਹੈਗੇ ਆ ਸਿਆਸਤ ਦੀ ਜਾਂ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਇਹਦੀ ਜਾਣਕਾਰੀ ਰੱਖਦੇ ਨੇ? ਜਿਹੜੇ ਲੋਕ ਕੰਮਾਂ ਕਾਰਾਂ ਵਾਲੇ ਨੇ ਉਹ ਕਿੰਨਾ ਕੁ ਅਵੇਅਰ ਨੇ, ਕਿੰਨਾ ਕੁ ਇੰਟਰਸਟ, ਕਿੰਨੀ ਕੁ ਰੁਚੀ ਰੱਖਦੇ ਨੇ ਇਹਨਾਂ ਚੋਣਾਂ ਬਾਰੇ? ਤੋਗਰ ਸਾਹਿਬ, ਵੈਸੇ ਤਾਂ ਦੇਖਿਆ ਜਾਵੇ ਸਾਡੀ ਕਮਿਊਨਿਟੀ ਬੜੀ ਸਰਗਰਮ ਹੈ ਸਿਆਸਤ ਦੇ ਵਿੱਚ ਜੀ। ਬਹੁਤ ਸਾਰੇ ਸਾਡੇ ਜਿਹੜੇ ਕੈਂਡੀਡੇਟਸ ਵੀ ਤੁਸੀਂ ਨੋਟਿਸ ਕੀਤਾ ਸਾਡੀ ਕਮਿਊਨਿਟੀ ਦੇ, ਚਾਹੇ ਉਹ ਕਾਉਂਸਲਰ ਦੀ ਸੀਟ ਹੋਵੇ, ਚਾਹੇ ਉਹ ਸਕੂਲ ਟਰਸਟੀ ਦੀ ਹੋਵੇ, ਚਾਹੇ ਉਹ ਮੇਅਰ ਦੀ ਪੋਜੀਸ਼ਨ ਹੋਵੇ, ਸਾਡੇ ਬਹੁਤ ਸਾਰੇ ਜਿਹੜੇ ਕੈਂਡੀਡੇਟ ਆ ਉਹਨਾਂ ਦੀ ਭਰਮਾਰ ਆ। ਪਰ ਜਦੋਂ ਡੀਪਲੀ ਗੱਲ ਆਉਂਦੀ ਆ ਮਿਊਨਿਸਪਲ ਪੋਲੀਟਿਕਸ 'ਚ ਜਾਂ ਜਿਹੜੀ ਗਵਰਨੈਂਸ ਦੇ ਵਿੱਚ ਪਾਰਟੀਸਪੇਟ ਕਰਨ ਦੀ, ਉਹਦੇ ਵਿੱਚ ਸਾਡੇ ਲੋਕ ਜਿਹੜੇ ਬਹੁਤੇ ਜ਼ਿਆਦਾ ਸ਼ਮੂਲੀਅਤ ਨਹੀਂ ਰੱਖਦੇ ਜੀ। ਜਦੋਂ ਕੋਈ ਮੁੱਦਾ ਜਨਤਕ ਮੁੱਦਾ ਬਣ ਜਾਂਦਾ, ਸਾਡੀ ਕਮਿਊਨਿਟੀ ਨੂੰ ਵਧਾਈ ਦੇਣੀ ਬਣਦੀ ਆ ਕਿ ਵੱਡੀ ਤਾਦਾਦ ਦੇ ਵਿੱਚ ਅਸੀਂ ਉਹਦੇ ਵਿੱਚ ਸ਼ਾਮਲ ਹੋ ਕੇ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੇ ਹਾਂ ਜੀ।
ਪਰ ਰੋਜ਼ਾਨਾ ਜਿਹੜਾ ਡੇ ਟੂ ਡੇ ਵਰਕਿੰਗ ਆਫ ਦਾ ਸਿਟੀ ਆ ਉਹਦੇ ਵਿੱਚ ਸਾਡੀ ਕਮਿਊਨਿਟੀ ਦੀ ਜਿਹੜੀ ਸ਼ਮੂਲੀਅਤ ਆ ਉਹ ਜ਼ਿਆਦਾ ਨਹੀਂ ਹੈ, ਬਹੁਤੀ ਇਨਪੁਟ ਅਸੀਂ ਨਹੀਂ ਦਿੰਦੇ। ਡੇ ਟੂ ਡੇ ਜਦੋਂ ਕੋਈ ਕਮੇਟੀਜ਼ ਦੀ ਮੀਟਿੰਗ ਹੁੰਦੀ ਆ, ਕੋਈ ਪਾਲਿਸੀ ਇਸ਼ੂਜ਼ ਡਿਸਕਸ ਹੁੰਦੇ ਆ, ਕੋਈ ਨਵੇਂ ਪਲਾਨਸ ਬਣਦੇ ਆ, ਨਵੀਂ ਸਬ ਡਿਵੀਜ਼ਨਸ ਬਣਦੀਆਂ, ਨਵੇਂ ਜ਼ੋਨਿੰਗ ਦੇ ਮੁੱਦੇ ਹੁੰਦੇ ਆ, ਤਾਂ ਉੱਥੇ ਜਿਹੜੀ ਸਾਡੀ ਕਮਿਊਨਿਟੀ ਦੀ ਇਨਪੁਟ ਆ ਉਹ ਕਾਫੀ ਘੱਟ ਆ। ਤਾਂ ਜਿੱਥੇ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਤੋਂ ਬਾਅਦ ਅਸੀਂ ਜਲਦ ਵਾਪਸ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕਿ ਇਸ ਵਕਤ ਸਿਟੀ ਆਫ ਬਰੈਂਪਟਨ ਕਿਹੜੇ ਮੇਜਰ ਇਸ਼ੂਜ਼ ਨੂੰ ਫੇਸ ਕਰ ਰਿਹਾ ਔਰ ਕੀ ਹੁਣ ਤੱਕ ਉਹਨਾਂ ਇਸ਼ੂਜ਼ ਬਾਰੇ ਹੋ ਚੁੱਕਿਆ ਔਰ ਕੀ ਕੀਤੇ ਜਾਣ ਦੀ ਲੋੜ ਹੈ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ। ਬ੍ਰੇਕ ਤੋਂ ਬਾਅਦ ਬਹੁਤ-ਬਹੁਤ ਸਵਾਗਤ ਹੈ। ਬਲ ਸਾਹਿਬ, ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਇਸ਼ੂਜ਼ ਦੇ ਬਾਰੇ ਗੱਲਬਾਤ ਕੀਤੀ ਜਾਏਗੀ। ਬਰੈਂਪਟਨ ਇਸ ਵਕਤ ਕਿਹੜੇ ਮੁੱਖ ਇਸ਼ੂਜ਼ ਨੂੰ ਫੇਸ ਕਰ ਰਿਹਾ, ਕਿਹਨਾਂ ਇਸ਼ੂਜ਼ ਦੇ ਆਧਾਰ ਦੇ ਉੱਤੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਜੀ? ਦ ਬਿਗੇਸਟ ਇਸ਼ੂਜ਼ ਜਿਹੜਾ ਬਰੈਂਪਟਨ ਇਸ ਵੇ ਫੇਸ ਕਰ ਰਿਹਾ ਜੀ, ਇੱਕ ਤੇ ਜੌਬਸ ਨੇ ਜੀ, ਇਟਸ ਆਲਵੇਜ਼ ਇਸ਼ੂ। ਸੈਕੰਡਲੀ ਜਿਹੜਾ ਸਾਡੇ ਸ਼ਹਿਰ ਨੂੰ ਲਿੰਕ ਕਰਨਾ LIT ਦੇ ਥਰੂ ਜਾਂ ਸਬਵੇ ਲਾਈਨਸ ਨੂੰ ਇੱਥੇ ਲਿਆਉਣਾ, ਜਾਂ ਮੋਰ ਜਿਹੜੀਆਂ ਸਿਰਫ 4 ਹੀ ਟ੍ਰੇਨਸ ਨੇ ਜੀ ਜਿਹੜੀਆਂ ਸਵੇਰੇ ਜਾਂਦੀਆਂ ਨੇ ਜਾਰਜਟਾਊਨ ਤੋਂ ਡਾਊਨਟਾਊਨ ਤੇ ਵਾਪਸ ਆਉਂਦੀਆਂ ਨੇ। 500,000 ਦੀ ਆਬਾਦੀ ਵਾਲਾ ਸ਼ਹਿਰ ਹੋਵੇ ਤੇ ਸਿਰਫ 4 ਹੀ 2 ਘੰਟੇ ਦੇ ਵਿੱਚ ਜਾਂਦੀਆਂ ਟ੍ਰੇਨ ਤੇ ਵਾਪਸ, ਤੇ ਉਸ ਤੋਂ ਬਾਅਦ ਲੋਕਾਂ ਨੂੰ ਟੋਰਾਂਟੋ ਦੇ ਨਾਲ ਜੋੜਨ ਨੂੰ ਜਿਹੜਾ LIT ਔਰ ਜਾਂ ਸਬਵੇ ਲਾਈਨ ਉਹ ਬੜਾ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਯੂਨੀਵਰਸਿਟੀ ਦਾ ਇਸ਼ੂ ਜੀ, 5 ਲੱਖ ਦੀ ਆਬਾਦੀ ਹੈ, ਨਾਲ ਸਾਡੇ ਕੈਲਡਨ ਹੈ, ਜਾਰਜਟਾਊਨ ਹੈ, ਇਹ ਉਹ ਵੀ ਇੱਕ ਬੜਾ ਵੱਡਾ ਇਸ਼ੂ ਹੈ। ਇੰਡਸਟਰੀ ਬੜਾ ਵੱਡਾ ਇਸ਼ੂ ਹੈ ਜੀ, ਸਾਨੂੰ ਇੱਥੇ ਜੌਬਸ ਦੀ ਲੋੜ ਹੈ। ਹਾਲੇ ਵੀ ਅਸੀਂ ਇਹੋ ਹੀ ਮਹਿਸੂਸ ਕਰਦੇ ਹਾਂ ਕਿ ਇਟਸ ਅ ਸਲੀਪਿੰਗ ਸਿਟੀ। ਬਹੁਤ ਸਾਰੇ ਲੋਕ ਬੈਡਰੂਮ ਕਮਿਊਨਿਟੀ ਕਿਹਾ ਜਾਂਦਾ ਹੈ ਕਿ ਲੋਕ ਇੱਥੇ ਸਿਰਫ ਸੌਣ ਆਉਂਦੇ ਨੇ, ਕੰਮਕਾਰ ਕਰਨ ਲਈ ਉਹ ਬਾਹਰ ਜਾਂਦੇ ਨੇ। ਗੀਰ ਸਾਹਿਬ, ਤੁਹਾਡੇ ਕੋਲ ਆਉਣਾ ਚਾਹੁੰਦੇ ਆ। ਯੂਨੀਵਰਸਿਟੀ ਦੀ ਇਹਨਾਂ ਨੇ ਗੱਲ ਕੀਤੀ ਹੈ, ਯੂਨੀਵਰਸਿਟੀ ਦੀ ਹਰ ਵਾਰੀ ਗੱਲ ਚੱਲੀ ਹੈ, ਚਾਹੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਵੇ, ਫੈਡਰਲ ਇਲੈਕਸ਼ਨ ਵੀ ਹੋਵੇ, ਤਾਂ ਜਾਂ ਮਿਊਨਿਸਪਲ ਇਲੈਕਸ਼ਨ ਹੋਵੇ। ਬਹੁਤ ਸਾਰੇ ਲੋਕ ਤਾਂ ਕਨਫਿਊਜ਼ ਨੇ ਕਿ ਇਹਨੂੰ ਪ੍ਰੋਵਿੰਸ਼ੀਅਲ ਹੱਲ ਕਰ ਸਕਦੀ ਹੈ ਗਵਰਨਮੈਂਟ ਜਾਂ ਫਿਰ ਮਿਊਨਿਸਪਲ ਹੱਲ ਕਰ ਸਕਦੀ ਹੈ, ਹਾਲਾਂਕਿ ਸਾਰਾ ਰਲ ਮਿਲ ਕੇ ਹੀ ਹੋਣਾ ਇਹਨਾਂ ਦਾ। ਪਰ ਤੁਹਾਨੂੰ ਲੱਗਦਾ ਹੈ ਕਿ ਬਰੈਂਪਟਨ 'ਚ ਯੂਨੀਵਰਸਿਟੀ ਪੋਸੀਬਲ ਹੈ, ਕਿ ਸਾਡੇ ਕੋਲ ਇਨਫ ਲੈਂਡ ਹੈ? ਬਹੁਤ ਵਾਰੀ ਇਹ ਵੀ ਗੱਲ ਚੱਲੀ ਹੈ ਕਿ ਸ਼ੈਰਨ ਕਾਲਜ ਨੂੰ ਹੀ ਅਪਗ੍ਰੇਡ ਕਰਕੇ ਯੂਨੀਵਰਸਿਟੀ ਦਾ ਦਰਜਾ ਦਿੱਤਾ ਜਾ ਸਕਦਾ ਹੈ। ਦੇਖੋ ਜੀ, ਲੈਂਡ ਕਾਫੀ ਆਈ ਥਿੰਕ ਸਟਿਲ ਅਵੇਲੇਬਲ ਜੀ, ਪਰ ਕੁਐਸਚਨ ਇਹ ਹੈ ਕਿ ਪੋਲੀਟੀਕਲ ਮੋਟੀਵੇਸ਼ਨ ਹੈ ਜਾਂ ਨਹੀਂ ਹੈ ਜੀ। ਇਹ ਸਭ ਤੋਂ ਅਹਿਮ ਗੱਲ ਆ। ਵੈਨ ਇਟ ਕਮਸ ਟੂ ਪੋਲੀਟੀਕਲ ਮੋਟੀਵੇਸ਼ਨ ਨਾਟ ਐਟ ਦਾ ਲੋਕਲ ਲੈਵਲ, ਪ੍ਰੋਵਿੰਸ਼ੀਅਲ ਲੈਵਲ ਤੇ ਵੀ ਜੀ। ਦੂਸਰੀ ਜਿਹੜੀ ਗੱਲ ਇਹ ਹੈ ਕਿ ਇਹ ਜਿਹੜਾ ਮੁੱਦਾ ਆ ਆਮ ਤੌਰ ਤੇ ਇਲੈਕਸ਼ਨ ਦੇ ਟਾਈਮ ਹੀ ਅਸੀਂ ਉਠਾਉਂਦੇ ਆ, ਜ਼ਿਆਦਾ ਉੱਭਰਦਾ ਆ ਜੀ। ਬਿਯੋਂਡ ਦੈਟ ਪੁਆਇੰਟ ਆਫ ਟਾਈਮ, ਜਦੋਂ ਕੋਈ ਗਵਰਨਮੈਂਟ ਬਣ ਜਾਂਦੀ ਆ, ਚਾਹੇ ਉਹ ਪ੍ਰੋਵਿੰਸ਼ੀਅਲ ਹੋਵੇ ਚਾਹੇ ਉਹ ਲੋਕਲ ਗਵਰਨਮੈਂਟ ਹੋਵੇ, ਉਦੋਂ ਅਸੀਂ ਕਈ ਵਾਰ ਇਸ ਮੁੱਦੇ ਨੂੰ ਜਿੰਨਾ ਉਠਾਉਣਾ ਚਾਹੀਦਾ ਉਹਨਾਂ ਅਸੀਂ ਨਹੀਂ ਉਠਾਉਂਦੇ। ਤੁਸੀਂ ਲਿਬਰਲ ਪਾਰਟੀ ਆਫ ਕੈਨੇਡਾ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਹੋ, ਸਿਆਸਤ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਬਹੁਤ ਸਾਰੇ ਲੀਡਰਸ ਤੁਸੀਂ ਬਣਦੇ ਵੇਖੇ ਨੇ, ਢਹਿੰਦੇ ਵੀ ਦੇਖੇ ਨੇ। ਇਸ ਵਕਤ ਜਿਹੜਾ ਇੱਕ ਵੱਖਰਾ ਰੁਝਾਨ ਬਰੈਂਪਟਨ ਦੇ ਲੋਕ ਵੇਖ ਰਹੇ ਨੇ ਕਿ ਹਰ ਇੱਕ ਵਾਰਡ ਦੇ ਵਿੱਚੋਂ, ਪਹਿਲਾਂ ਹੁੰਦਾ ਸੀ ਕਿ ਸਾਡੀ ਕਮਿਊਨਿਟੀ ਸਪ੍ਰਿੰਗਡੇਲ 'ਚ ਜ਼ਿਆਦਾ ਰਹਿੰਦੀ ਸੀ, ਵਾਰਡ ਨੰਬਰ 9 ਤੇ 10, ਜਿਹਨੂੰ ਤੋੜ ਕੇ 2 ਵੱਖਰੇ ਵਾਰਡ ਬਣਾ ਦਿੱਤੇ ਗਏ, 9, 10 ਔਰ 7, 8। ਪਰ ਹੁਣ ਇਹ ਦੇਖਿਆ ਗਿਆ ਵੀ 9, 10 ਤੇ 7, 8 'ਚ ਹੀ ਨਹੀਂ, ਹੋਰ ਦੂਸਰੇ ਵਾਰਡਸ ਦੇ ਵਿੱਚ ਵੀ ਸਾਡੇ ਕਾਫੀ ਕੈਂਡੀਡੇਟਸ ਨੇ, ਚਾਹੇ ਉਹ ਸਿਟੀ ਕਾਉਂਸਲਰ ਲਈ ਹੋਣ, ਚਾਹੇ ਰੀਜਨਲ ਕਾਉਂਸਲਰ ਵਾਸਤੇ ਹੋਣ, ਤੇ ਚਾਹੇ ਸਕੂਲ ਟਰਸਟੀ ਵਾਸਤੇ ਹੋਣ। ਖੁੰਬਾਂ ਵਾਂਗੂ ਨਿਕਲੇ ਇਹਨਾਂ ਲੀਡਰਾਂ ਬਾਰੇ ਤੁਹਾਡਾ ਕੀ ਕਮੈਂਟ ਹੈ? ਕਿਉਂਕਿ ਇਹਨਾਂ ਨੂੰ ਪਹਿਲਾਂ ਕਦੇ ਵੀ ਜਿਹੜੇ ਇਸ਼ੂਜ਼ ਸਾਡੀ ਕਮਿਊਨਿਟੀ ਨੇ ਫੇਸ ਕੀਤੇ ਨੇ ਉਹਨਾਂ 'ਚ ਦੇਖਿਆ ਨਹੀਂ ਗਿਆ, ਚਾਹੇ ਕਿ ਬੇਸਮੈਂਟ ਦਾ ਇਸ਼ੂ ਸੀ, ਬੇਸਮੈਂਟ ਦੀ ਲੀਗਲ ਸੈਪਰੇਟ ਐਂਟਰੈਂਸ ਦਾ ਇਸ਼ੂ ਸੀ, ਟਾਊਨ ਹਾਊਸਿਸ ਦਾ ਇਸ਼ੂ ਸੀ, ਜਾਂ ਫਿਰ ਇਸ ਤੋਂ ਇਲਾਵਾ ਪੀਲ ਮੈਮੋਰੀਅਲ ਹਸਪੀਟਲ ਦਾ ਇਸ਼ੂ ਸੀ। ਉਦੋਂ ਬਹੁਤ ਸਾਰੇ ਲੀਡਰ ਦੇਖੇ ਨਹੀਂ ਗਏ। ਨਵੇਂ ਲੀਡਰਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹਦੇ 2 ਪੱਖ ਨੇ ਤੁਗਾ ਸਾਹਿਬ। ਇਹ ਇੱਕ ਤੇ ਮੈਂ ਸਮਝਦਾ ਡੈਮੋਕ੍ਰੇਸੀ, ਸਾਰੇ ਆਪਾਂ ਕਹਿੰਦੇ ਨੇ ਜੀ ਉਹਨਾਂ ਡੈਮੋਕ੍ਰੇਟ ਰਾਈਟ ਹੈ, ਕਿਤੇ ਵੀ ਉਹ ਖੜ ਸਕਦਾ ਹੈ ਜੀ ਹਾਂ। ਤੇ ਰੁਝਾਨ ਵੀ ਇਹ ਵੈਸੇ ਮਾੜਾ ਨਹੀਂ ਹੈ ਜੀ। ਬਹੁਤ ਸਾਰੇ ਲੋਕ ਸਾਨੂੰ ਓਵਰ ਦਾ ਈਅਰਸ ਕਹਿੰਦੇ ਨੇ ਕਿ ਤੁਸੀਂ ਆਪਸ ਵਿੱਚ ਲੜਦੇ ਬਹੁਤ ਹੋ ਜੀ, ਤੇ ਮੈਂ ਉਹਨੂੰ ਪੋਜ਼ਿਟਿਵਲੀ ਇਹ ਕਹਿ ਦੇਣਾ ਕਿ ਅਸੀਂ ਲੜਦੇ ਭਿੜਦਿਆਂ ਵੀ 12 ਮੈਂਬਰ ਪਾਰਲੀਮੈਂਟ ਬਣਾ ਦਿੰਦੇ ਆ, ਹੋਰ ਵੀ ਬੜੀਆਂ ਕਮੇਟੀਆਂ ਇੱਥੇ ਬੈਠੀਆਂ ਆ ਜੀ। ਦੂਸਰਾ ਮੇਰਾ ਪਰਸਨਲ ਰਾਏ ਇਹ ਹੈ ਜੀ ਕਿ ਕੋਈ ਵੀ ਖੜ ਸਕਦਾ ਹੈ ਜੀ, ਉਹਨਾਂ ਨੂੰ ਮੁਬਾਰਕ। ਤੇ ਇਹ ਬਿਗ ਚੈਲੰਜ ਆ, ਜਿਹੜੇ ਖੜੇ ਆ ਪੈਸੇ ਖਰਚ ਰਹੇ ਨੇ, ਆਪਣਾ ਟਾਈਮ ਖਰਚ ਰਹੇ ਨੇ, ਲੋਕਾਂ ਦੇ ਘਰਾਂ ਜਾ ਰਹੇ ਨੇ। ਜੇ ਕਿਸੇ ਨੇ ਮੇਅਰ ਵਾਸਤੇ ਖੜਨਾ ਨਾ, ਮੇਰੀ ਇਹ ਪਰਸਨਲ ਓਪੀਨੀਅਨ ਹੈ ਕਿ ਉਸ ਨੂੰ ਘੱਟੋ ਘੱਟ ਇੱਕ ਜਿਹੜੀ ਟਰਮ ਹੈ ਨਾ ਕੌਂਸਲ ਦੇ ਵਿੱਚ ਸਰਵ ਕਰਨੀ ਚਾਹੀਦੀ ਹੈ, ਕਿਉਂਕਿ ਬੜੇ ਕੰਪਲੀਕੇਟਡ ਇਸ਼ੂਜ਼ ਨੇ। ਮੈਂਬਰ ਪਾਰਲੀਮੈਂਟ ਬਣ ਕੇ ਚੱਲ ਜਾਣਾ, ਪਾਰਟੀ ਨੇ ਸਵੇਰੇ ਤੁਹਾਨੂੰ ਦੱਸ ਦੇਣਾ ਅੱਜ ਹੱਥ ਖੜਾ ਕਰਨਾ ਹੈ ਕਿ ਨਹੀਂ ਕਰਨਾ, ਇਹ ਔਰ ਨਹੀਂ ਕਰਨੀ ਹੈ। ਇੱਥੇ ਤੇ ਸਾਰੇ, ਜਿੱਦਾਂ ਗਹੀਰ ਸਾਹਿਬ ਨੇ ਦੱਸਿਆ ਕਿ ਇੱਥੇ ਤੇ ਇੰਨੇ ਮਸਲੇ ਨੇ, ਉਹਨਾਂ ਨੂੰ 4 ਸਾਲ ਤੇ ਸਮਝਣ 'ਚ ਲੱਗ ਜਾਂਦੀ ਹੈ। ਸੋ ਮੈਂ ਆ ਬੀ ਦਾ ਹੈਪੀਐਸਟ ਮੈਨ ਟੂ ਸੀ ਸਾਡਾ ਕੋਈ ਬੰਦਾ ਆਪਣਾ ਮੇਅਰ ਬਣ ਜਾਏ ਮੇਰੀ ਲਾਈਫ ਟਰਮ ਦੇ ਵਿੱਚ। ਸਾਡੇ ਕਿੰਨੇ ਪੰਜਾਬੀ ਉਮੀਦਵਾਰ ਨੇ ਮੇਅਰਲ ਰੇਸ ਵਾਸਤੇ? ਮੈਂ ਕਿਹਾ 6 ਨੇ ਜੀ ਟੋਟਲ। 5-6 ਨੇ ਜੀ। ਹਾਂ, 5-6 ਟੋਟਲ ਹੈਗੇ ਨੇ ਜੀ, ਪਰ ਉਹਨਾਂ ਚੋਂ ਹਲੇ ਕਿਸੇ ਦੇ ਬਣਦੇ ਸਾਰ ਕਲੀਅਰ ਨਜ਼ਰ ਨਹੀਂ ਆਉਂਦੇ, ਜਿੰਨੇ ਪੋਲਸ ਸਾਹਮਣੇ ਆਏ ਨੇ। ਮੁਸ਼ਕਲ ਲੱਗਦੀ ਹੈ ਜੀ, ਮੁਸ਼ਕਲ ਵੋਟ ਸਾਡੀ ਡਿਵਾਈਡ ਹੋ ਜਾਣੀ ਹੈ ਜੀ। ਜੀ, ਇਹਨਾਂ ਨੇ ਹੁਣੇ ਗੱਲ ਕੀਤੀ ਹੈ ਕਿ ਸਾਨੂੰ ਆਪਣਾ ਬੰਦਾ ਜੇ ਮੈਂ ਆਪਣੇ ਲਾਈਫ ਦੇ ਵਿੱਚ ਦੇਖਾਂ ਬਣਦਾ ਤੇ ਮੈਨੂੰ ਬੜੀ ਖੁਸ਼ੀ ਹੋਗੀ। ਆ ਬੀ ਦਾ ਹੈਪੀਐਸਟ ਮੈਨ
ਜੇ ਮੈਂ ਆਪਣਾ ਬੰਦਾ ਦੇਖਾਂ, ਕੀ ਆਪਣਾ ਬੰਦਾ ਹੀ ਇੱਕ ਯੋਗਤਾ ਹੈ ਜਾਂ ਫਿਰ ਬੰਦੇ ਦੀਆਂ ਹੋਰ ਵੀ ਕੁਆਲਿਟੀਜ਼ ਦੇਖਣ ਦੀ ਲੋੜ ਹੈ ਵੋਟ ਪਾਉਣ ਲਈ? ਕਿਉਂਕਿ ਇਹ ਬਹੁਤ ਵਾਰ ਨਾਰਾ ਇਹ ਲਾਇਆ ਜਾਂਦਾ ਵੀ ਯਾਰ ਇਹਨੂੰ ਵੋਟ ਪਾਓ, ਇਹ ਆਪਣਾ ਬੰਦਾ। ਆਪਣੇ ਬੰਦੇ ਨੂੰ ਵੋਟ ਪਾ ਦੇਣਾ, ਕਿਉਂਕਿ ਆਪਣੇ ਬੰਦੇ ਜਿਹੜੇ ਇਸ ਵਕਤ ਕਾਉਂਸਲਰ ਹੈ ਵੀ ਵਿਕੀ ਢਿੱਲੋਂ, ਉਹਦੇ ਨਾਲ ਵੀ ਬਹੁਤ ਸਾਡੀ ਕਮਿਊਨਿਟੀ ਜਿਹੜੀ ਹੈ ਨਾਰਾਜ਼ ਵੀ ਹੈ। ਕੀ ਕਹਿਣਾ ਚਾਹੋਗੇ ਕਿ ਵੋਟ ਇਸਤੇਮਾਲ ਕਿਵੇਂ ਹੋਏ? ਤੁਗਾ ਸਾਹਿਬ, ਜਿਹੜੀ ਵੋਟ ਆ ਉਹ ਕੰਪੀਟੈਂਸ ਦੇ ਬੇਸ ਤੇ ਹੋਣੀ ਚਾਹੀਦੀ ਆ। ਚੰਗੀ ਗੱਲ ਹੈ, ਚਲੋ ਆਪਣਾ ਬੰਦੇ ਆਉਂਦੇ ਆ, ਪਰ ਮੇਰੇ ਖਿਆਲ ਉਹਨਾਂ ਨੂੰ ਇਸ਼ੂਜ਼ ਦੀ ਸਮਝ ਹੋਣੀ ਚਾਹੀਦੀ ਆ। ਦੇਖੋ, ਬਲ ਸਾਹਿਬ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਕਿ ਸਾਡੇ ਟ੍ਰਾਂਜ਼ਿਟ ਦਾ ਇਸ਼ੂ ਆ। ਸਿਰਫ ਮਤਲਬ ਟ੍ਰਾਂਜ਼ਿਟ ਨੂੰ ਟੋਰਾਂਟੋ ਨਾਲ ਜੋੜਨ ਦਾ ਨਹੀਂ, ਸਾਡੇ ਲੋਕਲ ਹੋਰ ਬੜੇ ਇਸ਼ੂਜ਼ ਹੈਗੇ ਆ। ਇਟ ਇਜ਼ ਜਸਟ ਅ ਮੈਟਰ ਆਫ ਮੈਨੇਜਮੈਂਟ। ਜਿੱਦਾਂ ਹੁਣ ਸਾਡੇ ਸਕੂਲਸ ਹੈਗੇ ਆ, ਸਕੂਲਾਂ ਦੇ ਵਿੱਚ ਲਾਇਬ੍ਰੇਰੀਜ਼ ਹੈਗੀਆਂ, ਪਰ ਉਹ ਲਾਇਬ੍ਰੇਰੀਜ਼ ਅਸੀਂ ਯੂਜ਼ ਕਰਦੇ ਹਾਂ ਸਿਰਫ ਸਕੂਲ ਟਾਈਮ ਦੇ ਵਿੱਚ। ਉਹਨੂੰ ਕਿਉਂ ਨਹੀਂ ਅਸੀਂ ਕਮਿਊਨਿਟੀ ਵਾਸਤੇ ਈਵਨਿੰਗ ਦੇ ਵਿੱਚ ਖੋਲ੍ਹ ਦਿੰਦੇ? ਸਕੂਲਾਂ ਨੂੰ ਕਿਉਂ ਨਹੀਂ ਅਸੀਂ ਕਮਿਊਨਿਟੀ ਸੈਂਟਰ ਦੇ ਤੌਰ ਤੇ ਵਰਤ ਲੈਂਦੇ? ਇਹ ਜਿਹੜੇ ਮੁੱਦੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀਆਂ ਸਾਡੇ ਬਹੁਤ ਸਾਰੇ ਕੈਂਡੀਡੇਟ ਆ ਜਾਂ ਈਵਨ ਸਾਡੀ ਕਮਿਊਨਿਟੀ ਨੇ ਵੀ ਚੰਗੀ ਤਰ੍ਹਾਂ ਨਹੀਂ ਮੈਂ ਸੋਚਦਾ ਉਠਾਇਆ। ਬਰੈਂਪਟਨ ਦੀ ਇਲੈਕਸ਼ਨ ਨੂੰ ਪਿੱਛੇ ਛੱਡਦੇ ਹੋਏ ਮੈਂ ਆਪਣੀ ਕਮਿਊਨਿਟੀ ਦੇ ਵਾਪਸ ਲੈ ਕੇ ਆਉਣਾ ਚਾਹੁੰਦਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਆਪਣਾ ਬੰਦਾ ਬਣੇ ਤਾਂ ਬੜੀ ਖੁਸ਼ੀ ਹੋਏਗੀ, ਇਹਨਾਂ ਨੇ ਕਿਹਾ ਵੀ ਆਪਣਾ ਬੰਦਾ ਬਣੇ, ਖੈਰ ਕੋਈ ਗੱਲ ਨਹੀਂ, ਪਰ ਉਹਨੂੰ ਮੁੱਦਿਆਂ ਦੀ ਸਮਝ ਹੋਣੀ ਚਾਹੀਦੀ ਹੈ। ਪਰ ਹੁਣ ਆਮ ਬੰਦਾ ਜਿਹੜਾ ਜੀ, ਜੇ ਤੁਸੀਂ ਆਮ ਬੰਦੇ ਨਾਲ ਬਾਹਰ ਨਿਕਲ ਕੇ ਇੱਥੋਂ ਗੱਲ ਕਰੋ, ਉਹ ਕਹਿੰਦਾ ਕਿ ਅਸੀਂ ਇੰਨੇ ਫਰਸਟ੍ਰੇਟ ਹੋ ਚੁੱਕੇ ਹਾਂ ਆਪਣੇ ਬੰਦਿਆਂ ਤੋਂ, ਅਸੀਂ ਇਸ ਵਕਤ ਦੇਸੀ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ। ਇਹ ਮੇਰੇ ਲਫ਼ਜ਼ ਨਹੀਂ ਜੀ, ਆਮ ਲੋਕਾਂ ਨੂੰ ਅਸੀਂ ਗੱਲ ਕਰੋ, ਕਹਿੰਦੇ ਨਹੀਂ ਅਸੀਂ ਦੇਸੀ ਨੂੰ ਵੋਟ ਨਹੀਂ ਪਾਉਣੀ। ਹਾਲਾਂਕਿ ਦੇਸੀ ਜਿਹੜਾ, ਚਾਹੇ ਉਹ ਐਜੂਕੇਟਡ ਵੀ ਹੋਏ, ਪੜ੍ਹਿਆ ਲਿਖਿਆ ਹੋਏ, ਮੁੱਦਿਆਂ ਦੀ ਸਮਝ ਰੱਖਦਾ ਹੋਏ, ਪਰ ਇੰਨੇ ਜ਼ਿਆਦਾ ਨੰਬਰ ਆਫ ਕੈਂਡੀਡੇਟ ਸਾਡੇ ਹੋ ਚੁੱਕੇ ਨੇ, ਲੋਕ ਇਹ ਮਹਿਸੂਸ ਕਰਦੇ ਨੇ ਕਿ ਸ਼ਾਇਦ ਇਹਨਾਂ ਨੇ ਇੰਡੀਆ ਵਾਲੀ ਪੋਲਿਟਿਕਸ ਜਿਹੜੀ ਆ ਹੁਣ ਇੱਥੇ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸ਼ਾਇਦ ਉਹ ਚਲਾਕੀਆਂ ਜਿਹੜੀਆਂ ਨੇ ਇੱਥੇ ਵੀ ਸਿਖਾ ਦਿੱਤੀਆਂ, ਕਿਉਂਕਿ ਕਰਪਸ਼ਨ ਦੇ ਵੀ ਬਹੁਤ ਸਾਰੇ ਮਸਲੇ ਵੇਖਣ ਨੂੰ ਮਿਲੇ ਆ। ਕੀ ਕਮੈਂਟ ਹੈ ਤੁਹਾਡਾ ਦੇ ਬਾਰੇ 'ਚ? ਮੈਂ ਜਿਹੜੇ ਲੋਕ ਹੈ ਜੀ, ਕਿਸੇ ਹੱਦ ਤੱਕ ਠੀਕ ਹੈ ਕਿ ਉਹਨਾਂ ਦਾ ਬੈਡ ਟੇਸਟ ਹੋ ਚੁੱਕਾ ਜੀ। ਜੀ ਹਾਂ, ਆਪਣੇ ਬੰਦੇ ਤੋਂ ਮੇਰਾ ਭਾਵ ਹੈ ਕਿ ਦੇਖੋ, ਇਹੀ ਇੱਕ ਸ਼ਹਿਰ ਆ ਜਿੱਥੇ ਸਾਡੇ ਲੋਕ ਬਣ ਸਕਦੇ ਹਨ, ਜਿਹੜੇ ਸਾਡੀ ਬੋਲੀ ਨੂੰ, ਸਾਡੇ ਕਲਚਰ ਨੂੰ, ਜਿੱਦਾਂ ਗੀਰ ਸਾਹਿਬ ਦੱਸ ਰਹੇ ਸਨ, ਸਿਟੀ ਹਾਲ ਤੁਸੀਂ ਚੱਲ ਕੇ ਜਾ ਕੇ ਦੇਖ ਲਿਓ, ਤੁਹਾਨੂੰ ਕਿਤੇ ਕੋਈ ਉੱਥੇ ਸਾਡੇ ਰੰਗ ਦਾ, ਸਾਡੀ ਬੋਲੀ ਦਾ ਬੰਦਾ ਨਹੀਂ ਮਿਲੇਗਾ, ਅੱਜ ਵੀ ਨਹੀਂ ਮਿਲੇਗਾ ਜੀ। ਹਾਲਾਂਕਿ ਅਸੀਂ ਇੱਥੇ 35-40% ਦਾ ਪੰਜਾਬੀ ਇਜ਼ ਦ ਬਿਗੇਸਟ ਲੈਂਗੁਏਜ ਹੀਅਰ ਜੀ, ਪਰ ਆਪਣਾ ਬੰਦਾ ਸਾਡੀ ਬੋਲੀ ਨੂੰ, ਸਾਡੇ ਕਲਚਰ ਨੂੰ, ਸਾਡੀਆਂ ਭਾਵਨਾਵਾਂ ਨੂੰ, ਸਾਡੇ ਇਸ਼ੂਜ਼ ਨੂੰ ਸਮਝ ਸਕੇ, ਮੇਰਾ ਭਾਵ ਉਸ ਤੋਂ ਆ ਜੀ। ਤੇ ਜੇ ਉਹ ਕੋਈ ਦੂਸਰਾ ਆਦਮੀ ਵੀ ਸਮਝ ਸਕਦਾ, ਉਹ ਵੀ ਤੇ ਆਪਣੇ ਹੀ ਨੇ। ਜੀ ਜੀ, ਮੈਂ ਤੁਹਾਡੇ ਨਾਲ ਪੂਰਾ ਐਗਰੀ ਕਰਦਾ ਕਿ ਸਾਡੀ ਕਮਿਊਨਿਟੀ 'ਚ ਬਹੁਤ ਸਾਰੇ ਲੋਕਾਂ ਨੇ ਚੰਗਾ ਨਾਂ ਬਣਾਇਆ। ਜਿਸ ਤਰ੍ਹਾਂ ਨਵਦੀਪ ਬੈਂਸ ਦੀ ਗੱਲ ਕਰ ਲਈਏ ਜਾਂ ਜਗਮੀਤ ਸਿੰਘ ਹੈਗੇ ਨੇ, ਇਹਨਾਂ ਦੀ ਇਸ ਵੇਲੇ ਚਰਚਾ ਹੋ ਰਹੀ ਹੈ, ਪੜ੍ਹੇ ਲਿਖੇ ਲੋਕ ਨੇ। ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਜੀ। ਇੱਥੇ ਸਮਾਂ ਇੱਕ ਛੋਟੀ ਜਿਹੀ ਹੋਰ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਅਸੀਂ ਆਖਰੀ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜਿਹੜੀ ਕਰਪਸ਼ਨ ਦਾ ਮੁੱਦਾ ਇਸ ਵਕਤ ਬੜਾ ਚਰਚਾ ਦਾ ਵਿਸ਼ਾ ਹੈ, ਔਰ ਇਸ ਵਕਤ ਜਿਹੜਾ ਸਭ ਤੋਂ ਬਰਨਿੰਗ ਇਸ਼ੂ ਜਿਹੜਾ ਹੈਗਾ ਇਸ ਇਲੈਕਸ਼ਨ ਦਾ, ਮੇਰੇ ਖਿਆਲ ਕਰਪਸ਼ਨ ਹੀ ਹੈਗਾ ਜੀ। ਬ੍ਰੇਕ ਦਾ ਸਮਾਂ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਅਸੀਂ ਮਿਊਨਿਸਪਲ ਇਲੈਕਸ਼ਨ ਬਾਰੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਔਰ ਜੋ ਤੁਹਾਡਾ ਇਸ਼ੂ ਹੈ ਕਰਪਸ਼ਨ ਦੇ ਬਾਰੇ, ਤੁਸੀਂ ਬਹੁਤ ਚਿੰਤਤ ਹੋ, ਕਰਪਸ਼ਨ ਦੇ ਬਾਰੇ ਅਸੀਂ ਬ੍ਰੇਕ ਤੋਂ ਬਾਅਦ ਆ ਕੇ ਵਾਪਸ ਗੱਲਬਾਤ ਕਰਾਂਗੇ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ। ਵੈਲਕਮ ਬੈਕ। ਗਹੀਰ ਸਾਹਿਬ, ਅਸੀਂ ਗੱਲਬਾਤ ਕਰ ਰਹੇ ਸਾਂ ਕਰਪਸ਼ਨ ਦੀ। ਇਸ ਵਕਤ ਕਰਪਸ਼ਨ ਬਹੁਤ ਅਹਿਮ ਮੁੱਦਾ ਬਣਿਆ ਹੋਇਆ ਇਸ ਇਲੈਕਸ਼ਨ ਦੇ ਵਿੱਚ, ਔਰ ਮੇਅਰ ਜਿਹੜੀ ਸਾਡੀ ਸੂਜ਼ਨ ਫੈਨਲ ਹੈ, ਜਿਹਨੇ ਪੋਲਸ ਹੁਣ ਤੱਕ ਆਏ ਨੇ, ਇਸ ਵਕਤ 3 ਨੰਬਰ 'ਤੇ ਚੱਲ ਰਹੀ ਹੈ। ਮੇਰੇ ਖਿਆਲ ਸਭ ਤੋਂ ਵੱਡੀ ਮਾਰ ਉਹਨੂੰ ਕਰਪਸ਼ਨ ਕਰਕੇ ਪਈ ਹੈ। ਹਾਲਾਂਕਿ ਬਹੁਤ ਸਾਰੇ ਹੋਰ ਵੀ ਲੋਕ ਨੇ ਕੌਂਸਲ ਦੇ ਜਿਨ੍ਹਾਂ ਨੇ ਓਵਰ ਸਪੈਂਡਿੰਗ ਕੀਤੀ ਹੈਗੀ ਹੈ, ਤੇ ਸਾਡੇ ਕੌਂਸਲਰ ਵਿਕੀ ਢਿੱਲੋਂ ਵੀ ਸਨ। ਉਹਨਾਂ 'ਤੇ 447 ਕੁਛ ਡਾਲਰ ਜਿਹੜੇ ਨੇ ਉਹਨਾਂ ਨੇ ਵਾਪਸ ਵੀ ਕੀਤੇ ਨੇ ਕੌਂਸਲ ਨੂੰ ਓਵਰ ਸਪੈਂਡਿੰਗ ਦੇ, ਪਰ $34,000 ਦਾ ਖਰਚਾ ਜਿਹੜਾ ਓਵਰ ਸਪੈਂਡਿੰਗ ਕੀਤੀ ਹੈ ਸਾਡੀ ਮੇਅਰ ਨੇ, 34,000 ਤੋਂ ਵੱਧ ਹੀ ਹੈਗਾ ਜੀ। ਇਸ ਵਕਤ ਕੈਨੇਡਾ ਦੀ ਹਾਈਲੀ ਪੇਡ ਮੇਅਰ ਹੈ, ਟੋਰਾਂਟੋ ਦਾ ਮੇਅਰ ਰੌਫੋਰਡ, ਉਸ ਤੋਂ ਵੀ ਜ਼ਿਆਦਾ ਤਨਖਾਹ ਲੈ ਰਹੀ ਹੈ ਜੀ। ਔਰ ਇੱਦਾਂ ਦੇ ਇਹਨਾਂ ਮੁਲਕਾਂ 'ਚ ਕਰਪਸ਼ਨ ਤੁਸੀਂ ਕੀ ਮਹਿਸੂਸ ਕਰਦੇ ਹੋ? ਦੇਖੋ, ਇਹ ਆਈ ਵੋਂਟ ਸੇ ਇਟ ਇਜ਼ ਕਰਪਸ਼ਨ ਐਜ਼ ਸੱਚ, ਇਟ ਇਜ਼ ਓਵਰ ਸਪੈਂਡਿੰਗ ਜੀ। ਓਵਰ ਸਪੈਂਡਿੰਗ ਇਹ ਉਦੋਂ ਹੁੰਦੀ ਹੈ ਜਦੋਂ ਦੇਅਰ ਆਰ ਨਾਟ ਚੈਕਸ ਐਂਡ ਬੈਲੈਂਸਿਸ ਜੀ। ਮੇਰੇ ਖਿਆਲ ਆਪਾਂ ਕੋਈ ਵੀ ਸਰਕਾਰ ਆ ਜਿਹੜੀ ਸਮੇਂ ਦੇ ਨਾਲ ਸਿੱਖਦੀ ਆ, ਸਮੇਂ ਦੇ ਨਾਲ ਇੰਪਰੂਵਮੈਂਟਸ ਕਰਦੀ ਆ। ਦੇਅਰ ਆਰ ਆਲਵੇਜ਼ ਰੂਮ ਫॉर ਇੰਪਰੂਵਮੈਂਟ। ਮੇਰੇ ਖਿਆਲ ਇੱਥੇ ਵੀ ਇੰਪਰੂਵਮੈਂਟ ਦਾ ਬਹੁਤ ਜ਼ਿਆਦਾ ਸਕੋਪ ਹੈਗਾ ਜੀ। ਇੰਪਰੂਵਮੈਂਟ ਦੇ ਵਿੱਚ ਇਹ ਹੈ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਟਰਾਂਸਪੇਰੈਂਸੀ ਦੇ ਵਿੱਚ ਕੋਈ ਵੀ ਜਿਹੜੇ ਗਵਰਨਮੈਂਟ ਦੇ ਖਰਚੇ ਆ, ਕੋਈ ਵੀ ਜਿਹੜੇ ਟੈਂਡਰ ਦਿੱਤੇ ਜਾਂਦੇ ਆ, ਉਹ ਆਨਲਾਈਨ ਪੋਸਟਿੰਗ ਹੋਣੀ ਚਾਹੀਦੀ ਆ। ਜਿੰਨੇ ਵੀ ਖਰਚੇ ਆ ਆਨਲਾਈਨ ਪੋਸਟ ਕੀਤੇ ਜਾਣੇ ਚਾਹੀਦੇ ਆ, ਤਾਂ ਕਿ ਜਿਹੜਾ ਚੈਕਸ ਐਂਡ ਬੈਲੈਂਸਿਸ ਦਾ ਸਿਸਟਮ ਬਣਿਆ ਰਹੇ। ਤੁਸੀਂ ਇਸ ਨੂੰ ਕਰਪਸ਼ਨ ਮੰਨਣ ਲਈ ਤਿਆਰ ਨਹੀਂ? ਕਰਪਸ਼ਨ ਵੈਸੇ ਆਪਾਂ ਯੂਜ਼ ਟੂ ਹੈਗੇ ਇੰਡੀਆ ਦੇ ਸਟਾਈਲ ਨਾਲ, ਕਿ ਜਦੋਂ ਕਿਤੇ ਡਾਇਰੈਕਟਲੀ ਤੁਸੀਂ ਪੈਸੇ ਕਿਸੇ ਤੋਂ ਲੈ ਲਏ, ਉਸ ਨੂੰ ਆਪਾਂ ਕਰਪਸ਼ਨ ਗਿਣਿਆ ਜਾਂਦਾ, ਪਰ ਆਈ ਥਿੰਕ ਇਟ ਇਜ਼ ਓਵਰ ਸਪੈਂਡਿੰਗ। ਠੀਕ ਹੈ ਜੀ। ਦੋਸਤੋ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਕਿਹੜੇ ਲੋਕਾਂ ਨੇ, ਕੁਝ ਕੁ ਨਾਮ ਮੇਰੇ ਕੋਲ ਲਿਸਟ ਦੇ ਵਿੱਚ ਹੈਗੇ ਨੇ। ਸਾਡੀ ਜਿਹੜੀ ਮੇਅਰ ਹੈ ਮੈਡਮ ਸੂਜ਼ਨ ਫੈਨਲ, ਉਹਨਾਂ ਨੇ 34,000 ਤੋਂ ਵੱਧ ਦੀ ਓਵਰ ਸਪੈਂਡਿੰਗ ਕੀਤੀ। ਵਿਕੀ ਢਿੱਲੋਂ ਨੇ $447 ਤੋਂ ਵੱਧ ਦੀ ਓਵਰ ਸਪੈਂਡਿੰਗ ਕੀਤੀ, ਜਿਹੜੀ ਵਾਪਸ ਵੀ ਕਰ ਦਿੱਤੀ ਗਈ ਹੈ।
ਐਲਨ ਮੋਰ ਨੇ $701 ਓਵਰ ਸਪੈਂਡਿੰਗ ਕੀਤੀ। ਜੌਨ ਸਪਰੋਵਰੀ ਜਿਹੜੇ ਵਾਰਡ ਨੰਬਰ 9-10 ਚ ਓਰੀਜਨਲ ਕਾਉਂਸਲਰ ਹੈਗੇ ਆ, ਉਹਨਾਂ ਨੇ ਕਰੀਬ $2557 ਦੀ ਓਵਰ ਸਪੈਂਡਿੰਗ ਕੀਤੀ। ਔਰ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਜੌਨ ਸੈਂਡਰਸਨ ਹੈਗੇ ਨੇ ਜਿਹੜੇ ਇਸ ਵਕਤ ਮੇਅਰਲ ਕੈਂਡੀਡੇਟ ਹੈਗੇ ਨੇ, $1600 ਉਹਨਾਂ ਨੇ ਵਾਪਸ ਕੀਤੇ ਨੇ ਜਿਹੜੇ ਓਵਰ ਸਪੈਂਡਿੰਗ ਦੇ ਨੇ। ਬਲ ਸਾਹਿਬ, ਇੱਥੇ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਸਮਝਦੇ ਹੋ ਵੀ ਓਵਰ ਸਪੈਂਡਿੰਗ ਹੈ ਜਾਂ ਫਿਰ ਇਹ ਕਰਪਸ਼ਨ ਹੈ ਜੀ? ਵੈਲ ਡਿਪੈਂਡਸ ਹਾਊ ਯੂ ਟੇਕ ਇਟ। ਜਿੱਥੇ ਗੀਰ ਸਾਹਿਬ ਨੇ ਟੈਕਨੀਕਲੀ ਕਿਹਾ ਹੋਵੇ ਤਾਂ ਇਟਸ ਓਵਰ ਸਪੈਂਡਿੰਗ। ਜੀ ਹਾਂ। ਪਰ ਜਿਹੜਾ ਕਰਪਸ਼ਨ ਵਰਡ ਹੈ ਜੀ, ਇਹ ਜਾਂ ਆਪੋਜੀਸ਼ਨ ਜਦੋਂ ਇਹਨੂੰ ਸੈੱਲ ਕਰਦੀ ਹੈ ਨਾ ਜੀ, ਤੇ ਲੋਕਾਂ ਨੂੰ ਬੜੇ ਆਰਾਮ ਨਾਲ ਸਮਝ ਆਉਂਦਾ ਵੀ ਇਹ ਕਰਪਟ ਹੈ ਜੀ ਤੇ ਪੈਸੇ ਖਾ ਗਏ। ਪੰਜਾਬੀ 'ਚ ਕੰਪੇਨ ਚੱਲ ਰਿਹਾ, ਉਹ ਕਹਿੰਦੇ ਸਾਰੀ ਕੌਂਸਲ ਹੀ ਪੈਸੇ ਖਾ ਗਈ, ਉਹਨਾਂ ਦੇ ਹੱਕ ਜਾਂਦੀ। ਇਸ ਕਰਕੇ ਕਰਪਸ਼ਨ ਵਰਡ ਤੁਹਾਨੂੰ ਆਮ ਰੋਜ਼ ਸਟਰੀਟਸ ਤੇ ਸੁਣਨ ਨੂੰ ਮਿਲਦਾ। ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਰਿਸਪੌਂਸਿਬਿਲਟੀ ਕਿੱਥੇ ਸੀ ਜੀ? ਜੇ ਲੋਕਾਂ ਨੇ ਤੁਹਾਨੂੰ ਇੰਨੀਆਂ ਵੋਟਾਂ ਦੇ ਕੇ ਤੁਹਾਨੂੰ ਉੱਥੇ ਚੁਣ ਕੇ ਭੇਜਿਆ ਹੈ ਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹਨ, ਦੇ ਆਰ ਆਲ ਹਾਈਲੀ ਪੇਡ ਜੀ। ਇਹ ਤੇ ਕੁਛ ਇਹ ਨਹੀਂ ਹੈ ਵੀ ਕੋਈ ਫੈਕਟਰੀ ਜੌਬ ਕਰ ਰਹੇ ਨੇ, ਹਰ ਤਰ੍ਹਾਂ ਦਾ ਉਹ ਜਿਹੜੀਆਂ ਫੈਸਿਲਿਟੀਜ਼ ਜਿਹੜੀਆਂ ਨਾ ਉਹ ਇੰਜੋਏ ਕਰ ਰਹੇ ਨੇ, ਤੇ ਟਰੈਵਲਿੰਗ ਵੀ ਹੋ ਰਹੀ ਹੈ, ਖਾਣਾ ਪੀਣਾ ਵੀ ਸਾਰਾ ਕੁਛ ਹੈ। ਤੇ ਫਿਰ ਉਹਨਾਂ ਨੂੰ ਇਹੋ ਜਿਹੀਆਂ ਓਵਰ ਸਪੈਂਡਿੰਗ ਜਾਂ ਇਹ ਗੱਲਾਂ ਕਰਨ ਦੀ ਲੋੜ ਕੀ ਸੀ? ਇਹਦਾ ਮਤਲਬ ਲੋਕਾਂ ਦਾ ਜਿਹੜਾ ਕੌਨਫੀਡੈਂਸ ਹੈ ਜੀ ਤੇ ਉਹ ਵਿਸ਼ਵਾਸ ਨੂੰ ਕਿਤੇ ਨਾ ਕਿਤੇ ਉਹਨਾਂ ਸੱਟ ਮਾਰੀ ਹੈ, ਤੇ ਜਿਹਦਾ ਖਮਿਆਜ਼ਾ ਬਹੁਤ ਸਾਰਿਆਂ ਨੂੰ ਭੁਗਤਣਾ ਪੈਣਾ ਹੈ ਤੇ ਭੁਗਤ ਰਹੇ ਨੇ। ਅੱਜ ਕਈ ਕਾਉਂਸਲਰ ਇਹੋ ਜਿਹੇ ਵੀ ਸਨ, ਉਹ ਕਹਿੰਦੇ ਸੀ ਸਾਨੂੰ ਇਸ ਇਲੈਕਸ਼ਨ 'ਚ ਫੱਟੇ ਲਾਉਣ ਦੀ ਲੋੜ ਨਹੀਂ, ਤੇ ਅੱਜ ਮੈਂ ਦੇਖਦਾ ਨਾ 9-10 ਵਾਰਡ ਦੇ ਵਿੱਚ ਤੇ ਘਰ ਘਰ ਜਾ ਕੇ ਲੋਕਾਂ ਕੋਲ ਮਿੰਨਤਾਂ ਕਰਦੇ ਨੇ ਤੇ ਟੈਲੀਵਿਜ਼ਨ ਰੇਡੀਓ ਤੇ ਆ ਕੇ ਗਲਤੀਆਂ ਮੰਨ ਕੇ ਤੇ ਮਾਫੀਆਂ ਵੀ ਮੰਗਦੇ ਨੇ। ਉਹ ਮਾਫੀਆਂ ਤਾਂ ਹੀ ਮੰਗਣੀਆਂ ਪੈਂਦੀਆਂ ਨਾ ਕਿ ਜੇ ਆਪਾਂ ਗਲਤੀਆਂ ਗਲਤੀਆਂ ਹੋਈਆਂ ਨੇ ਜੀ। ਸੋ ਦੇयर ਇਜ਼ ਨੋ ਰੂਮ ਇਨ ਡੈਮੋਕ੍ਰੇਸੀ। ਜਦੋਂ ਕਿਸੇ ਲੋਕਾਂ ਦਾ ਵਿਸ਼ਵਾਸ ਨਾਲ ਜਿੱਤ ਕੇ ਤੁਸੀਂ ਪਬਲਿਕ ਆਫਿਸ ਜਾ ਕੇ ਬੈਠਦੇ ਹੋ ਤੇ ਲੋਕਾਂ ਦੇ ਪੈਸੇ ਨੂੰ ਤੁਸੀਂ ਮਿਸਯੂਜ਼ ਤੇ ਅਬਿਊਜ਼ ਕਰਦੇ ਹੋ, ਦੇयर ਇਜ਼ ਨੋ ਰੂਮ ਫਾਰ ਇਨ ਡੈਮੋਕ੍ਰੇਸੀ। ਗੀਰ ਸਾਹਿਬ, ਸਾਡੀ ਕੋਸ਼ਿਸ਼ ਇਹ ਸੀ ਇਸ ਪ੍ਰੋਗਰਾਮ ਦੇ ਵਿੱਚ ਕਿ ਅਸੀਂ ਕੈਂਡੀਡੇਟਸ ਨੂੰ ਵੀ ਬੁਲਾ ਸਕਦੇ ਸਾਂ, ਪਰ ਕੈਂਡੀਡੇਟਸ ਨੇ ਉਹ ਜਿਹੜੀਆਂ ਪੋਲੀਟੀਕਲ ਸਟੇਟਮੈਂਟਸ ਦੇਣੀਆਂ ਹੁੰਦੀਆਂ ਕਿ ਫਲਾਣੇ ਮਾੜੇ ਸੀ, ਅਸੀਂ ਚੰਗੇ ਹਾਂ, ਉਹਨਾਂ ਨੇ ਆਹ ਨਹੀਂ ਕੀਤਾ, ਅਸੀਂ ਆਹ ਕਰਾਂਗੇ। ਸਾਡੀ ਕੋਸ਼ਿਸ਼ ਸੀ ਕਿ ਕਮਿਊਨਿਟੀ 'ਚ ਕੁਝ ਨੁਮਾਇੰਦੇ ਲੈ ਜਾਣ, ਤੁਹਾਡੇ ਵਰਗੇ ਸਿਆਣੇ ਲੋਕ ਲੈ ਜਾਣ, ਕਿਉਂਕਿ ਸਾਡੇ ਪ੍ਰੋਗਰਾਮ ਦਾ ਨਾਮ ਵੀ ਡਿਸਕਸ਼ਨ ਪੁਆਇੰਟ ਵਾਇਸ ਆਫ ਦਾ ਕਮਿਊਨਿਟੀ ਹੈ। ਔਰ ਕਮਿਊਨਿਟੀ 'ਚ ਉਹਨਾਂ ਬੰਦਿਆਂ ਨੂੰ ਲਿਆ ਜਾਏ ਜਿਹੜੇ, ਤੁਸੀਂ ਕਮਿਊਨਿਟੀ ਲੀਡਰ ਵੀ ਹੋ, ਸੋਸ਼ਲੀ ਬੜੇ ਐਕਟਿਵ ਹੋ। ਤੁਸੀਂ ਇਸ ਵਕਤ ਬਰੈਂਪਟਨ ਦਾ ਫਿਊਚਰ ਕੀ ਵੇਖਦੇ ਹੋ ਜੀ? ਦੇਖੋ, ਬਰੈਂਪਟਨ ਸਰਟਨਲੀ ਬਰੈਂਪਟਨ ਜਿਹੜਾ ਫਿਊਚਰ ਹੈ ਬ੍ਰਾਈਟ ਹੈ, ਆਈ ਵੁੱਡ ਸੇ ਜੀ। ਉਹ ਮੇਰਾ ਬੇਸਿਸ ਇਹ ਆ ਕਿ ਜਿਹੜੇ ਆਪਣੀ ਕਮਿਊਨਿਟੀ ਕੁਆਇਟ ਪ੍ਰੋਐਕਟਿਵ ਹੈਗੀ ਆ ਜੀ, ਪ੍ਰੋਐਕਟਿਵ ਹੋ ਰਹੀ ਹੈ ਇਹ ਕਹਿ ਲਓ ਜਾਂ ਜੀ, ਐਸਟੈਬਲਿਸ਼ ਵੀ ਹੋ ਰਹੀ ਆ, ਪਰ ਸਰਟਨਲੀ ਦੇयर ਇਜ਼ ਆਲਵੇਜ਼ ਰੂਮ ਫॉर ਇੰਪਰੂਵਮੈਂਟ ਜੀ। ਜਿਸ ਤਰ੍ਹਾਂ ਮੈਂ ਗੱਲ ਕੀਤੀ, ਲੋਕਲ ਟ੍ਰਾਂਜ਼ਿਟ ਦੀ ਲੋੜ ਹੈ, ਲੋਕਲ ਸੀ ਟ੍ਰੇਨ ਦੀ ਲੋੜ ਹੈ, ਲੋਕਲ ਲਾਈਟ ਰੇਲ ਦੀ ਲੋੜ ਆ। ਇਸ ਤੋਂ ਇਲਾਵਾ ਬਿਜ਼ਨਸਿਸ ਨੂੰ ਇੱਥੇ ਹੋਰ ਲੈ ਕੇ ਆਉਣ ਦੀ ਲੋੜ ਆ। ਜਿਹੜੇ ਸਾਡੇ ਕਮਿਊਨਿਟੀ ਰਿਸੋਰਸਿਸ ਆ, ਸਕੂਲਸ ਆ, ਉਹਨਾਂ ਨੂੰ ਬੈਟਰ ਯੂਟਿਲਾਈਜ਼ ਕਰਨ ਦੀ ਲੋੜ ਆ। ਸਰਟਨਲੀ ਵੀ ਆਰ ਹੀਅਰ ਫॉर ਗੁੱਡ। ਆਖਰੀ ਸਵਾਲ ਬਲ ਸਾਹਿਬ ਤੁਹਾਡੇ ਤੋਂ ਹੈ ਕਿ ਇਸ ਵਕਤ ਨਾਰਾ ਇੱਕ ਬੜਾ ਇਲੈਕਸ਼ਨ ਦੇ ਵਿੱਚ ਗੂੰਜ ਰਿਹਾ ਹੈ ਕਿ ਬਰੈਂਪਟਨ ਨੀਡਸ ਅ ਚੇਂਜ। ਤੁਹਾਨੂੰ ਲੱਗਦਾ ਹੈ ਕਿ ਜੇ ਚੇਂਜ ਹੁੰਦੀ ਹੈ ਤਾਂ ਉਹਦੇ ਤੋਂ ਕੋਈ ਉਮੀਦਾਂ ਹੈ, ਪੋਜ਼ਿਟਿਵ ਉਮੀਦਾਂ ਤੁਹਾਨੂੰ? ਇਹ ਨਾਰਾ ਬੜਾ ਪੁਰਾਣਾ ਹੈ ਜੀ। ਜਿਹੜਾ ਵੀ ਨਵਾਂ ਕਿਸੇ ਨੇ ਇਲੈਕਸ਼ਨ ਲੜਨੀ ਆ, ਉਹ ਪੁਰਾਣੇ ਇਨਕੰਬੈਂਟ ਨੂੰ ਕਹੇਗਾ ਕਿ ਇਟਸ ਦ ਟਾਈਮ ਆਫ ਚੇਂਜ। ਉਮੀਦਾਂ ਤੇ ਦੇਖੋ ਜੀ, ਟਾਈਮਸ ਆਲਸੋ ਚੇਂਜ ਇਜ਼ ਆਲਸੋ ਲਾ ਆਫ ਨੇਚਰ ਜੀ। ਚੇਂਜ ਤੇ ਇਹ ਹੋਣੀ ਹੈ ਜੀ। ਇਹ ਨਵੇਂ ਜਿਹੜੇ ਆਉਂਦੇ ਪੋਲੀਟੀਸ਼ੀਅਨਾਂ ਨੂੰ ਵਾਸਤੇ ਇੱਕ ਬੜਾ ਬਹਾਨਾ ਹੁੰਦਾ ਹੈ ਉਹਨਾਂ ਨੂੰ ਸੱਟ ਮਾਰਨ ਦਾ। ਤੇ ਬ੍ਰਾਈਟ ਫਿਊਚਰ ਜਿਹੜਾ ਬੜਾ ਬ੍ਰਾਈਟ ਹੈ, ਜਿਵੇਂ ਗੀਰ ਸਾਹਿਬ ਨੇ ਦੱਸਿਆ, ਮੈਂ ਆਮ ਵੈਰੀ ਹੋਪਫੁਲ। ਸਾਡੇ ਬੱਚੇ ਯੂਨੀਵਰਸਿਟੀਆਂ 'ਚੋਂ ਬਾਹਰ ਆ ਕੇ ਪੜ੍ਹ ਲਿਖ ਕੇ ਆ ਰਹੇ ਨੇ, ਤੇ ਇਹ ਉਹ ਤੁਸੀਂ ਦੇਖੋਗੇ ਕਿ ਇਹ ਬਰੈਂਪਟਨ ਨੂੰ ਐਤਕੀ ਵੈਸੇ ਜਿਹੜਾ ਕੰਪੇਨ ਹੈ ਜੀ, ਇਹ ਇਸ ਤਰ੍ਹਾਂ ਦੇ ਕੰਪੇਨ ਨਹੀਂ ਸੀ ਪਹਿਲਾਂ ਤੇ ਆਰਾਮ ਦੇ ਨਾਲ ਹੀ ਜਿਹੜਾ ਵੀ ਕੈਂਡੀਡੇਟ ਸੀ ਉਹ ਜਿੱਤ ਜਾਂਦੇ ਸੀ। ਪਰ ਐਤਕੀ ਉਹਨਾਂ ਨੂੰ ਥੋੜ੍ਹਾ ਜਿਹਾ ਸੇਕ ਤੇ ਲੱਗ ਰਿਹਾ ਨਾ ਵੀ ਜੇ ਉਹਨਾਂ ਨੇ ਗਲਤੀਆਂ ਕੀਤੀਆਂ ਤੇ ਐਤਕੀ ਮਿੰਨਤਾਂ ਕਰਨੀਆਂ ਪੈਣਗੀਆਂ। ਪਰ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ, ਬੰਦੇ ਪੁਰਾਣੇ ਆਉਣ ਜਾਂ ਨਵੇਂ ਆਉਣ, ਪਰ ਡੈਫੀਨਿਟਲੀ ਉਹ ਉੱਥੇ ਵਧੀਆ ਕੰਮ ਹੋਏਗਾ ਅਗਲੀਆਂ ਨੂੰ ਜੀ। ਬਲ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਆਏ, ਗਹੀਰ ਸਾਹਿਬ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਧੰਨਵਾਦ ਜੀ, ਧੰਨਵਾਦ। ਬਰੈਂਪਟਨ ਦੀਆਂ ਸਾਲ 2014 ਦੀਆਂ ਇਹ ਮਿਊਨਿਸਪਲ ਚੋਣਾਂ ਜਿਹੜੀਆਂ ਨੇ ਬਹੁਤ ਮਹੱਤਵ ਰੱਖਦੀਆਂ ਨੇ। ਬਹੁਤ ਸਾਰੇ ਮੁੱਦੇ ਨੇ ਇਸ ਵਕਤ ਬਰੈਂਪਟਨ ਅੱਗੇ ਜਿਨ੍ਹਾਂ ਬਾਰੇ ਅਸੀਂ ਚਰਚਾ ਕੀਤੀ ਹੈ। ਹਰ ਇੱਕ ਕੈਂਡੀਡੇਟ ਵੀ ਇਹਦੇ ਬਾਰੇ ਚਰਚਾ ਕਰ ਰਿਹਾ। ਹਰ ਇੱਕ ਕੈਂਡੀਡੇਟ ਨੇ ਆਪਣੇ ਜਿਹੜੇ ਮੁੱਦੇ ਲੋਕਾਂ ਅੱਗੇ ਰੱਖੇ ਨੇ, ਉਹਨਾਂ 'ਚ ਇਹਨਾਂ ਦੀ ਗੱਲ ਕੀਤੀ ਹੈ। ਪਰ ਬਹੁਤ ਘੱਟ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਕਾਬੂ ਪਾਉਣ ਵਾਸਤੇ ਕਿਸੇ ਕੋਲ ਚੰਗਾ ਪਲਾਨ ਵੀ ਹੋਏ। ਬਹੁਤ ਸਾਰੇ ਲੋਕਾਂ ਨੇ ਇਹਨਾਂ ਮੁੱਦਿਆਂ ਨੂੰ ਅੱਗੇ ਪੇਸ਼ ਕੀਤਾ, ਪਰ ਇਹਦੇ ਬਾਰੇ ਕੀ ਪਲਾਨ ਹੈ, ਇਹ ਮੁੱਦੇ ਕਿਵੇਂ ਹੱਲ ਹੋਣਗੇ, ਇਹਦੇ ਬਾਰੇ ਬਹੁਤ ਘੱਟ ਦੱਸਿਆ ਜਾ ਰਿਹਾ। ਲੋੜ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ ਔਰ ਜਾਤ, ਰੰਗ, ਧਰਮ, ਨਸਲ ਤੋਂ ਉੱਪਰ ਉੱਠ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ, ਸਹੀ ਕੈਂਡੀਡੇਟ ਚੁਣਨ ਦੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸ ਇਲੈਕਸ਼ਨ ਬਾਰੇ ਗੱਲਬਾਤ ਕੀਤੀ ਜਾਏ। ਤੁਸੀਂ ਆਪਣੀ ਵੋਟ ਦਾ ਇਸਤੇਮਾਲ ਸਹੀ ਕਰਨਾ ਹੈ ਤਾਂ ਜੋ ਤੁਹਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਬੱਚਿਆਂ ਦਾ ਭਵਿੱਖ ਜਿਹੜਾ ਉਹ ਸੁਨਹਿਰੀ ਤੇ ਉਜਲਾ ਹੋ ਸਕੇ। ਅਗਲੇ ਹਫਤੇ ਕਿਸੇ ਹੋਰ ਖਾਸ ਪ੍ਰੋਗਰਾਮ ਦੇ ਨਾਲ ਖਾਸ ਮਹਿਮਾਨਾਂ ਨੂੰ ਲੈ ਕੇ ਸਟੂਡੀਓ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।